ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮਾਇਆ ਦੇ ਘਰ ਦੇ ਵਿੱਚ ਆਪਣਾ ਮਨ ਸਾਰਿਆਂ ਦਾ ਉਹ ਖੇਲਦਾ ਹੋਇਆ ਇੰਨਾ ਪ੍ਰਭਾਵ ਦੇ ਵਿੱਚ ਚਲਾ ਗਿਆ ਵੀ ਇਸ ਨੂੰ ਨਾਮ ਦਾ ਭੇਤ ਭੁੱਲ ਗਿਆ, ਸ਼ਬਦ ਦਾ ਭੇਤ ਭੁੱਲ ਗਿਆ। ਸ਼ਬਦ ਦੇ ਨਾਲੋਂ ਟੁੱਟ ਕੇ ਇਸ ਤਰ੍ਹਾਂ ਦਾ ਇਸ ਦੇ ਉੱਪਰ ਅਸਰ ਹੋਇਆ ਵੀ ਇਸ ਨੂੰ ਵਿਚਾਰ ਹੀ ਵਿਚਾਰ ਆਉਣ ਲੱਗੇ, ਫੁਰਨੇ ਹੀ ਫੁਰਨੇ ਆਉਣ ਲੱਗੇ ਅਤੇ ਮਾਇਆ ਨੇ ਇਸ ਨੂੰ ਪਰੇਸ਼ਾਨ ਕਰ ਦਿੱਤਾ, ਦੁਖੀ ਕਰ ਦਿੱਤਾ। ਗੁਰਬਾਣੀ ਦੇ ਵਿੱਚ ਮਾਇਆ ਨੂੰ ਨਾਗਣੀ ਵੀ ਕਿਹਾ ਗਿਆ ਹੈ, ਸਰਪਣੀ ਵੀ ਕਿਹਾ ਗਿਆ ਹੈ। ਉਹ ਚੁੱਪ ਕਰਾ ਦਿਓ ਬਾਹਰ ਵਾਲਿਆਂ ਨੂੰ। ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ। ਅੱਜ ਆਪਾਂ ਇੱਕ ਐਸੇ ਮਨ ਦੀ ਵਿਚਾਰ ਲੈਣੀ ਹੈ ਜਿਹੜਾ ਪਰਮਾਤਮਾ ਨਾਲੋਂ ਟੁੱਟ ਗਿਆ, ਮਾਇਆ ਦੇ ਘਰ ਵਿੱਚ ਆ ਗਿਆ ਅਤੇ ਮਾਇਆ ਨੇ ਉਸ ਨੂੰ ਆਪਦੇ ਇੱਕ ਬੰਦੀਖਾਨੇ ਦੇ ਵਿੱਚ ਕੈਦ ਕਰ ਲਿਆ। ਹੁਣ ਉਹ ਕੈਦ ਕਿਸ ਤਰ੍ਹਾਂ ਹੋਇਆ, ਕਿਹੜੀ ਕਹਾਣੀ ਉਸ ਨਾਲ ਬੀਤੀ, ਉਹ ਆਪਾਂ ਦੇਖਾਂਗੇ ਅਤੇ ਮੁਕਤ ਕਿਵੇਂ ਹੋਏਗਾ ਉਹਦੀ ਵਿਚਾਰ ਕਰਾਂਗੇ। ਇਹ ਹੈ ਇੱਕ ਮਾਨਸ ਜਾਮਾ ਜਿਹੜਾ ਪਰਮਾਤਮਾ ਵੱਲੋਂ ਨਿਸ਼ਚਿਤ ਸਵਾਸਾਂ ਦੀ ਪੂੰਜੀ ਲੈ ਕੇ ਇਸ ਸੰਸਾਰ ਦੇ ਵਿੱਚ ਆਇਆ। ਇੱਥੇ ਆ ਕੇ ਜਿਉਂ ਹੀ ਇਸ ਦਾ ਸੰਪਰਕ ਮਨ ਦਾ ਸ਼ਬਦ ਨਾਲੋਂ, ਨਾਮ ਨਾਲੋਂ ਟੁੱਟਾ, ਮਾਇਆ ਨੇ ਅਮਰ ਵਰਤਾਇਆ ਅਤੇ ਮਾਇਆ ਨੇ ਇਸ ਨੂੰ ਆਪਦੇ ਸਪੁਰਦ, ਆਪਦੇ ਵਸ ਕਰ ਲਿਆ। ਜਦੋਂ ਇਹ ਮਾਇਆ ਦੇ ਵਸ ਹੋਇਆ, ਉਦੋਂ ਹੀ ਜਦੋਂ ਸਾਡਾ ਮਨ ਮਾਇਆ ਦੇ ਸਪੁਰਦ ਹੁੰਦਾ ਹੈ, ਗਿਆਨ ਇੰਦਰੇ ਇਹਨਾਂ ਦੇ ਉੱਪਰ ਜਾਲ ਪੈ ਜਾਂਦਾ ਹੈ। ਗਿਆਨ ਇੰਦਰੀਆ ਬਾਹਰ ਮੁਖੀ ਹੋ ਜਾਂਦੇ ਨੇ। ਉਸ ਵਕਤ ਬਾਹਰਲਾ ਤਾਂ ਨਜ਼ਰ ਆਉਂਦਾ ਹੈ ਪਰ ਅੰਦਰਲਾ ਨਜ਼ਰ ਨਹੀਂ ਆਉਂਦਾ ਜੋ ਸਾਰਿਆਂ ਨੂੰ ਖੇਲ ਖਿਡਾ ਰਿਹਾ ਹੈ। ਇਸੇ ਤਰ੍ਹਾਂ ਸਰਵਣ ਇਹ ਬਾਹਰ ਮੁਖੀ ਹੋ ਕੇ ਬਾਹਰ ਦੀ ਆਵਾਜ਼ ਨੂੰ ਪਛਾਣ ਲੈਂਦੇ ਨੇ, ਉਸ ਅਨਹਦ ਨੂੰ ਨਹੀਂ ਸੁਣਦੇ, ਨਹੀਂ ਪਕੜ ਕਰਦੇ। ਇਸੇ ਤਰ੍ਹਾਂ ਰਸਨਾ ਹੈ, ਅਨ ਰਸਾਂ ਨੂੰ ਪਛਾਣਦੀ ਹੈ, ਨਾਮ ਰਸ ਨਾਲੋਂ ਵਿਛੜ ਜਾਂਦੀ ਹੈ। ਹੁਣ ਜਦੋਂ ਮਨ ਨੂੰ ਪਰਮਾਤਮਾ ਨੇ ਇੱਧਰ ਭੇਜਿਆ ਹੈ, ਕਾਲ ਨੇ ਇਹ ਜਾਲ ਪਾਇਆ ਹੈ, ਸ਼ਬਦ ਦੀ ਧੁਨ ਉਹ ਮੱਧਮ ਪੈ ਗਈ, ਨਿਰੰਕਾਰ ਦਾ ਆਕਾਰ, ਨਿਰੰਕਾਰ ਦਾ ਸਰੂਪ ਉਹ ਗੁਪਤ ਹੋ ਗਿਆ। ਉਸ ਵਕਤ ਮਨ ਮਾਇਆ ਦੇ ਵਸ ਹੋ ਕੇ ਅੰਨਾ ਅਤੇ ਬੋਲਾ ਹੋ ਗਿਆ, ਜਿਸ ਨੂੰ ਕਿਹਾ ਗਿਆ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣ ਹੈ ਬਹੁ ਰੋਲ ਕਚੋਲਾ। ਹੁਣ ਗੱਲਾਂ ਵਿਚਾਰਾਂ ਤਾਂ ਬਹੁਤ ਨੇ ਚੱਲਦੀਆਂ, ਪਰ ਸ਼ਬਦ ਵੱਲ ਧਿਆਨ ਨਹੀਂ ਜਾਂਦਾ, ਕਿਉਂਕਿ ਕਾਲ ਮਾਇਆ ਮਨ ਨੂੰ ਪਕੜ ਰੱਖੀ ਹੋਈ ਹੈ, ਖਿਡਾ ਰਹੀ ਹੈ। ਇਸ ਕਰਕੇ ਹੁਣ ਇਹ ਖੇਲ ਜਿਹੜਾ ਮਨ ਦੇ ਨਾਲ ਚੱਲਦਾ ਹੈ, ਇਸ ਨੂੰ ਸ਼ਬਦਾਂ ਦੁਆਰਾ ਵਿਚਾਰਿਆ ਜਾਂਦਾ ਹੈ, ਕਿਉਂਕਿ ਹਰ ਇੱਕ ਦਾ ਮਨ ਹੀ ਇਸ ਕਾਲ ਦੇ ਬੰਦੀਖਾਨੇ ਵਿੱਚ ਹੈ। ਹੁਣ ਆਪਣੇ ਨਾਲ ਜੋ ਕਹਾਣੀ ਬੀਤੇਗੀ ਆਪਣੇ ਮਨ ਦੇ ਨਾਲ, ਇੱਥੇ ਹੁਣ ਸਾਡੇ ਮਨ ਨੂੰ ਰਾਜੇ ਦਾ ਨਾਂ ਦਿੱਤਾ ਗਿਆ ਹੈ। ਕਾਇਆ ਨੂੰ ਨਗਰ ਕਿਹਾ ਗਿਆ ਹੈ, ਮਨ ਰਾਜਾ ਹੈ। ਮਨ ਦੇ ਇਹ ਗਿਆਨ ਇੰਦਰੇ ਇਹ ਸਲਾਹਕਾਰ ਨੇ,
ये जो कर्म इंद्र ने एक कर्मचारी ने इस संसार विच आके राजे मन ने इन्हां कर्मचारियों तो काम करवाउणा है, ज्ञान इंद्रियां दी सलाह लैनी है, फिर त्रै गुणां दे विच आके गुणां दे आधार ते फैसला लेना है भी किहो जिहा कर्म कीता जाए, किहो जिहा कर्म ना कीता जाए, किसे नाल अन्याय ना हो जाए, इहो जिहा कर्म ना कीता जाए, सारिਆਂ ਨੂੰ ਉਸ ਦਾ ਬਣਦਾ हक मिले। ये राजे ने सतो गुण ते आके फैसला लेना है। हुण राजा मन निज महल तो आ जो अपने उपरला पासा है पौन तो उपर, ये निज महल है। उसने जिन्ना चिर तां महल विच रहना है उन्ना चिर उथे शब्द दा खेल चलेगा, शब्द दे सन्मुख रहेगा। 9 निधियां 18 सिद्धियां ये सारियां उस दे मतहत होणगियां। उस दा सारा खेल ही, सारा प्रबंध ही इस महल दे विच अंदर ही कर दिता है। जिस तरह संसार विच जीवां नूं फिक्र लगी रहिंदी है ਕੰਮਾਂ ਕਾਰਾਂ ਦੀ भी जे मैं ना गया तो काम कौन करेगा, चिंता लगी रहिंदी है परिवार दी, वो चिंता ना लगे। साडे अंदर ही उस महल विच चिंतामणी रखी हुई है। वो चिंतामणी दा आसरा लेगा, चिंता दूर हो जाएगी, कारज रस आ जाएगा। इस तरह जे कोई पदार्थ है चाहता है राजा भी इच्छा है पदार्थ की, उस वास्ते 36 प्रकार के पदार्थ उस दा प्रबंध कामधेन उस दे सपुर्द कर देता है। उस तो सानू पदार्थ मिल गए। इस तरह ही पारजात दरख्त है जिस तो सानू फल दी पदार्थ की इच्छा होवे, फल खाना है, फल की इच्छा पूरी करता है। ये सारा कुछ ही शब्द के नाम के मतहत हुंदा है। इसनू महाराज ने समझाया है सुख सागर सुरतर चिंतामन कामधेन बस जाके, 4 पदार्थ अष्ट दशा सिद्ध नवनिध करतल तांके। सारा कुछ ही नाम दे मतहत है ते नाम इस शरीर दे विच 10वें द्वार विच है, निज महल दे विच है। इस श्वासां तो पाउण तो उपरले पासे है। उसनू चौथा पद सहज अवस्था, तुरी अवस्था, उन्मन, निज घर, थिर कर, इस तरह गुरबाणी विच शब्द वरते ने। हुण जदों राजा इत्थे सी उन्ना चिर तां बड़ा इसदा राज भाग, इसने जो इसनू मिलिया सुख उसनू प्राप्त किया। हुण राजा आ गया तरलोकी विच। ज्यों ही पाउण विच साडा मन मिलदा है, पाउण दा संतुलन विगड़ जाता है। ज्यों ही पाउण दा संतुलन विगड़दा है, एक पासे साडे अंदर श्वास ज़्यादा चल पैंदे ने, एक पासे श्वास घट जांदे ने। जे साडे अंदर जो पाउण चलदी है सज्जे पासे ज़्यादा ध्यान आ गया, साडे अंदर तमो गुण आ जाएगा, असी क्रोधी सुभाਅ दे हो जाएंगे, सानू गुस्सा आउंदा रहेगा। सवेर तो ही क्रोध आउणा शुरू हो जाएगा, थानू पता नहीं लगेगा भी गुस्सा क्यों आ रहा है, पर ध्यान साडा वो पाउण विच मिल के वो सज्जे पासे हो गया है। इस तरह जे असीं पाउण विच मिल के खब्बे पासे चलदे आ, सानू चिंतावां पदार्थां दीयां फिकरां रजो गुणी विचार ये आउणे शुरू हो जाते हैं। फिर असीं माया की तृष्णा दे विच चलदे आ, फिर लहरां उठदियां ने। दूसरे दे धन तो असी प्रभावित हो के उसनू प्राप्त करन दी अगे उपराला करते हाँ, कोशिश करते हाँ। हुण ये जो रजो गुण अते तमो गुणी माया ये पाउण विच आके खेल खिडाउंदी है।
ਜੇ ਤੁਸੀਂ ਪਾਉਣ ਨੂੰ ਸਮ ਕਰ ਲਓਗੇ, ਤੁਹਾਡਾ ਰਸਤਾ ਇਹ ਲਿਵਦਾ ਸ਼ੁਰੂ ਹੋ ਜਾਏਗਾ। ਫਿਰ ਤੁਹਾਨੂੰ ਵਿਚਾਰ ਆਉਣਗੇ ਜ਼ਰੂਰ, ਪਰ ਸੀਮਤ ਆਉਣਗੇ। ਓਨੇ ਕੁ ਵਿਚਾਰ ਆਉਣਗੇ ਜਿੰਨੀ ਕੁ ਸਾਨੂੰ ਸੰਸਾਰ ਦੇ ਵਿੱਚ ਜ਼ਰੂਰਤ ਹੈ। ਫਾਲਤੂ ਦੇ ਵਿਚਾਰ ਨਹੀਂ ਆਉਣਗੇ। ਇਸ ਕਰਕੇ ਜਦੋਂ ਰਾਜਾ ਮਰਨ ਕਾਲ ਦੇ ਦੇਸ਼ ਵਿੱਚ ਪ੍ਰਵੇਸ਼ ਕਰਦਾ ਹੈ, ਪਾਉਣ ਦਾ ਸੰਤੁਲਨ ਵਿਗੜਦਾ ਹੈ। ਪਾਉਣ ਦਾ ਸੰਤੁਲਨ ਵਿਗੜਨ ਦੇ ਨਾਲ ਹੀ ਜੋਤ ਜਿਹੜੀ ਹੈ ਇਹ ਦੋ ਹਿੱਸਿਆਂ ਵਿੱਚ ਵੰਡ ਜਾਂਦੀ ਹੈ। ਇੱਕ ਪਾਸੇ ਸੂਰਜ ਹੈ, ਦੂਸਰੇ ਪਾਸੇ ਚੰਦਰਮਾ ਹੈ। ਅੱਗੇ ਚੱਲ ਕੇ ਸਾਡੇ ਨੇਤਰ ਜਦੋਂ ਹੋਂਦ ਵਿੱਚ ਆ ਜਾਂਦੇ ਨੇ, ਇਹਨਾਂ ਨੂੰ ਚੰਦ ਅਤੇ ਸੂਰਜ ਕਹਿੰਦੇ ਨੇ। ਸਰੀਰ ਦੀ ਬਣਤਰ ਤੋਂ ਪਹਿਲਾਂ ਜਦੋਂ ਪਾਉਣ ਤੱਕ ਸੀਮਤ ਹੁੰਦਾ ਹੈ, ਸਰੀਰ ਅਜੇ ਤਿਆਰ ਨਹੀਂ ਹੋ ਰਿਹਾ ਹੁੰਦਾ, ਸਿਰਫ ਅਜੇ ਤਿਆਰੀ ਚੱਲ ਰਹੀ ਹੈ, ਉਹਨਾਂ ਚਿਰ ਪਾਉਣ ਨੂੰ ਵੀ ਚੰਦ ਸੂਰਜ ਕਹਿ ਦਿੱਤਾ ਹੈ। ਵੀ ਅੰਦਰ ਪਾਉਣ ਜਾਂਦੀ ਹੈ, ਸਵਾਸ ਠੰਡਾ ਹੈ, ਉਦੋਂ ਚੰਦ ਕਹਿੰਦੇ ਨੇ। ਜਦੋਂ ਸਵਾਸ ਬਾਹਰ ਆਉਂਦਾ ਹੈ, ਗਰਮ ਹੁੰਦਾ, ਇਸ ਨੂੰ ਚੰਦ ਸੂਰਜ ਕਹਿ ਦਿੱਤਾ ਹੈ। ਇਸ ਚੰਦਰਮਾ ਅਤੇ ਸੂਰਜ ਪਾਉਣ ਤੱਕ ਵੀ ਪਾਉਣ ਰੂਪ ਵਿੱਚ ਵੀ ਚੱਲਦੇ ਨੇ। ਸਰੀਰ ਵਿੱਚ ਆ ਕੇ ਜਦੋਂ ਨੇਤਰ ਵਿੱਚ ਆ ਗਈ ਜੋਤ ਬੈਠ ਗਏ ਨੇ, ਉਦੋਂ ਇਹ ਚੰਦ ਸੂਰਜ ਨੇਤਰਾਂ ਨੂੰ ਕਹਿ ਦਿੱਤਾ ਹੈ। ਇਸ ਤਰ੍ਹਾਂ ਹੁਣ ਰਾਜਾ ਪਹੁੰਚਿਆ ਮਾਇਆ ਦੇ ਘਰ ਵਿੱਚ। ਪਾਉਣ ਵਿੱਚ ਮਿਲਿਆ, ਦਰ ਅੰਦਰੋਂ ਬੰਦ ਹੋ ਗਿਆ, ਸ਼ਬਦ ਸੁਣਨਾ ਬੰਦ ਹੋ ਗਿਆ। ਜਿਉਂ ਹੀ ਸ਼ਬਦ ਨਾਲੋਂ ਟੁੱਟਿਆ, ਮਾਇਆ ਦੇ ਘਰ ਵਿੱਚ ਆਇਆ। ਮਾਇਆ ਦੇ ਦੂਤਾਂ ਨੇ ਆਪ ਦਾ ਖੇਲ ਸ਼ੁਰੂ ਕੀਤਾ। ਉਹ ਮਨ ਨੂੰ ਇੱਧਰ ਆਇਆਂ ਦੇਖ ਕੇ, ਪਾਉਣ ਵਿੱਚ ਮਿਲਿਆਂ ਦੇਖ ਕੇ ਉਹ ਨਾਲ ਨਾਲ ਚੱਲ ਪਏ ਵੀ ਰਾਜਾ ਸਾਡੇ ਦੇਸ਼ ਵਿੱਚ ਪ੍ਰਵੇਸ਼ ਕੀਤਾ ਹੈ। ਜੇ ਇਸ ਦਾ ਕੋਈ ਫੁਰਨਾ ਹੈ, ਕੋਈ ਇਸ ਦੀ ਇੱਛਾ ਹੈ, ਇਹ ਵਿਚਾਰ ਲਵੇ, ਅਸੀਂ ਇਸ ਦਾ ਵਿਚਾਰ ਪੂਰਾ ਕਰੀਏ। ਹੁਣ ਇੱਥੇ ਦੋ ਜੀਵ ਆਉਂਦੇ ਨੇ, ਗੁਰਮੁਖ ਵੀ ਆ ਜਾਂਦੇ ਨੇ, ਮਨਮੁਖ ਵੀ ਆ ਜਾਂਦਾ ਹੈ। ਜੇ ਤਾਂ ਗੁਰਮੁਖ ਆਇਆ, ਇਸ ਪੰਜੇ ਦੂਤ ਉਸ ਨੂੰ ਸਲਾਮ ਕਰਦੇ ਨੇ, ਉਸ ਦਾ ਪਾਣੀ ਭਰਦੇ ਨੇ। ਜੇ ਮਨਮੁਖ ਆਇਆ, ਇਹ ਉਸ ਨੂੰ ਵੰਗਾਰ 'ਤੇ ਲਾ ਲੈਣਗੇ, ਉਸ ਨੂੰ ਕੈਦ ਕਰ ਲੈਣਗੇ ਬੰਦੀਖਾਨੇ ਵਿੱਚ। ਹੁਣ ਇਹਨਾਂ ਦੇਖਿਆ ਵੀ ਆਉਣ ਵਾਲਾ ਮਨ ਮਨਮੁਖ ਹੈ। ਉਹਨਾਂ ਕੀ ਕੀਤਾ, ਇਸ ਨੂੰ ਆਉਂਦਿਆਂ ਸਾਰ ਹੀ ਇਸ ਦੀ ਲਿਵ ਜਦੋਂ ਸ਼ਬਦ ਨਾਲੋਂ ਟੁੱਟੀ, ਉਹਨਾਂ ਨੇ ਇਸ ਨੂੰ ਇੱਕ ਨਸ਼ਾ ਦੇਣਾ ਸ਼ੁਰੂ ਕਰ ਦਿੱਤਾ। ਉਹ ਨਸ਼ਾ ਸੀ ਮਾਇਆ ਦਾ, ਪਦਾਰਥਾਂ ਦਾ, ਵਿਸ਼ੇ ਵਿਕਾਰਾਂ ਦਾ। ਹੁਣ ਇਸ ਨੇ ਉਹ ਮੱਧ ਪੀਣੀ ਸ਼ੁਰੂ ਕੀਤੀ। ਜਿਉਂ-ਜਿਉਂ ਮਨ ਜਿਸ ਤਰ੍ਹਾਂ ਬਾਹਰ ਆਮ ਜੀਵ ਨਸ਼ਾ ਕਰਦਾ ਹੈ, ਉਸ ਨੂੰ ਹੌਲੀ ਹੌਲੀ ਸੁੱਧ ਬੁੱਧ ਭੁੱਲਣੀ ਸ਼ੁਰੂ ਹੋ ਜਾਂਦੀ ਹੈ। ਘਰ ਦਾ ਚੇਤਾ ਭੁੱਲ ਜਾਂਦਾ ਹੈ। ਉਸ ਨੂੰ ਹੌਲੀ ਹੌਲੀ ਰਸਤਾ ਵੀ ਭੁੱਲ ਜਾਂਦਾ ਹੈ ਵੀ ਮੇਰੇ ਘਰ ਨੂੰ ਰਸਤਾ ਕਿਹੜਾ ਜਾਂਦਾ ਹੈ। ਉਹ ਪੈਰ ਕਿਤੇ ਰੱਖਦਾ ਹੈ, ਜਾਂਦਾ ਕਿਸੇ ਪਾਸੇ ਹੈ। ਇਸ ਤਰ੍ਹਾਂ ਹੁਣ ਜਿਹੜਾ ਮਨ ਮਾਇਆਧਾਰੀ ਹੋ ਗਿਆ, ਨਸ਼ਾ ਜਿਸ ਨੂੰ ਚੜ੍ਹ ਗਿਆ, ਜਿਨ੍ਹਾਂ ਨੂੰ ਇਹਨਾਂ ਪੰਜਾਂ ਨੇ ਨਸ਼ਾ ਦੇ ਦਿੱਤਾ, ਉਸ ਦੇ ਹੁਣ ਵਿਚਾਰ ਨਹੀਂ ਰੁਕਣਗੇ। ਕਦੀ ਕਿਧਰੇ ਪਾਸੇ ਨੂੰ ਜਾਏਗਾ, ਕਦੀ ਕਿਧਰੇ ਪਾਸੇ ਨੂੰ ਜਾਏਗਾ। ਜਿਸ ਦੇ ਵਿਚਾਰ ਨਹੀਂ ਰੁਕਦੇ, ਸਮਝ ਲਓ ਉਸ ਨੂੰ ਮੱਧ ਚੜ੍ਹੀ ਹੋਈ ਹੈ, ਉਸ ਨੂੰ ਨਸ਼ਾ ਕਾਲ ਨੇ ਦਿੱਤਾ ਹੋਇਆ ਹੈ। ਉਹ ਨਸ਼ੇ ਦੀ ਲੋਰ ਵਿੱਚ ਤੁਰਿਆ ਫਿਰਦਾ ਹੈ। ਅਤੇ ਨਸ਼ਾ ਕੀ ਹੈ? ਇਹ ਪਦਾਰਥਾਂ ਦਾ, ਮਾਇਆ ਦਾ। ਅਤੇ ਕਿਸ ਤਰ੍ਹਾਂ ਇਹ ਨਸ਼ਾ ਪਿਆਉਂਦੇ ਨੇ, ਇਹ ਆਪਣੇ ਮਨ ਦੀ ਕਹਾਣੀ ਹੈ ਸਾਰਿਆਂ ਦੀ। ਜਦੋਂ ਇਹ ਡਾਵਾਂਡੋਲ ਹਾਲਤ ਆਪਣੀ ਬਣ ਚੁੱਕੀ ਹੈ, ਜਦੋਂ ਸੰਸਾਰ ਦੀ ਆਪਾਂ ਦੇਖਦੇ ਹਾਂ, ਉਹ ਕਿਸ ਤਰ੍ਹਾਂ ਬਣੀ ਉਹ ਦੱਸਦੇ ਨੇ ਆਪਾਂ ਨੂੰ। ਵੀ ਜਦੋਂ ਤੁਸੀਂ ਇੱਧਰ ਆਏ, ਤੁਹਾਨੂੰ ਮੱਧ ਪਿਆਇਆ ਗਿਆ। ਇਹਨਾਂ ਕਾਲ ਦੇ ਦੂਤਾਂ ਨੇ ਡਿਊਟੀ ਸੰਭਾਲੀ ਆਪਣੀ ਆਪਣੀ। ਕਾਮ ਨਸ਼ੇ ਦਾ ਰੂਪ ਧਾਰਨ ਕਰ ਗਿਆ। ਪਰ ਤਨ ਉਹ ਵਿੱਚ ਅੰਦਰ ਤ੍ਰਿਸ਼ਨਾ ਪੈਦਾ ਹੋਈ। ਉਸ ਤ੍ਰਿਸ਼ਨਾ ਨੂੰ ਨਸ਼ਾ ਕਹਿਤਾ ਹੈ। ਉਹ ਨਸ਼ੇ ਦੇ ਵਿੱਚ ਇਹ ਹੁਣ ਪੀਣ ਲੱਗਾ। ਪੀਂਦਾ ਰਿਹਾ, ਜਵਾਨ ਹੋ ਗਿਆ,
बचपन तो ही नशा देण लगे ने। जदों तो संसार विच आया उदों तो ही अंदर तृष्णा की लहर चल रही है, तृष्णा पैदा हो गई है। माया ने खेल ही तृष्णा तो पैदा किया है, चलाया है। भ्रम की कोई तृष्णा रस पंकज अत त्रिखण मोह की फास। तृष्णा है वे सुख दी, पदार्थां दी। पहला माता विचों लभदा है सुख, फिर हौली हौली पिता विचों लभदा है, फिर वड्डा हुंदा हुंदा पदार्थां विचों लभदा है। ये नशा है जो कदी भी पूरा नहीं होंदा। तृष्णा विरले ही की बुझी है। हुण हालत इसदी करन लगे ने, जिवें जिवें जीव नशा करदा है वो हौली हौली पहला तो शौक वजों नशा करदा है, फिर वो गुलाम बन जाता है, फिर वो घर झूठ बोलना शुरू करता है, फिर माता पिता तो नज़र बचाउणी शुरू करता है। ये लक्षण ने माड़ी संगत दे। इस तरह फिर वो हो सकता है घर ही चोरी करनी भी शुरू कर दे, हो सकता है वो घरे आपदे दोस्तों तो चोरी कराउणी शुरू कर दे, क्योंकि उसका ध्यान बदल गया। इस तरह जिहड़ा मन नशा करता है वो मन पंजां नूं आपदे स्वासां दा तन सौंप दिंदा है। वो पंज उसदे स्वास लुटदे ने, वो उसनूं आपदे घर वापस नहीं जाण देंदे, घर जाण दा रस्ता उसनूं भुला दिंदे ने। हौली हौली वो आपदे माता पिता दी आवाज़ तो भी वो हीणा हो जाता है, उसनूं शब्द भी नहीं सुनता। इस तरह हुण काल जिहड़ा है वो इसनूं भरमाउंदा है माया दे दूतां द्वारा। तो यह नशा हर एक ने पीता होया है। जिन्ने भी इत्थे आए हुए ने माया दे देश विच मनमुख वो नशे विच ने। किसी नूं कोई नशा है, किसी नूं कोई नशा है। हुण इन्हां ने प्या के नशा ड्यूटियां संभालियां। कि महाराज इत्थे गुरबाणी विच दसदे ने, कल कलवाली काम मद मनुआ पीवनहार, क्रोध कटोरी मोह भरी पिलावा हंकार, मजलस कूड़े लब की पी पी होए खुआर। खुआर होण लगा, दुखी होण लगा, परेशान होण लगा। जदों ये नशा पींदा गया इसका सबर टुटन लग्या। ये होर मंगदा है, ये गुरु कोल आके भी नशा ही मंगदा है, ये संगत विच आके भी माया की मंग ही करता है, क्योंकि आदत पै चुकी है। तो महाराज समझाउंदे ने, ऐसी हालत विच लग गया, ना सबूर होवे फिर मांगे, नारद करे खुआरी। नारद की तरह एक थां ते, जिस तरह नारद ब्रह्मा का लड़का, वो एक थां ते कदी टिकदा नहीं सी, कदी आकाश लोक विच चला जांदा, उत्थे कोई शरारत कर दिंदा, कदे भूम लोक ते चला जांदा, उत्थे शरारत कर दिंदा, कदे पताल लोक विच चला जांदा, उत्थे कोई ऐसी कर जांदा। भी चंचल सी। इस तरह जिहड़ा मन चंचल हो जाता है वो नशे विच आके वो निंदा चुगलियां करनियां शुरू कर दिंदा है। उत्थे बैठा किसी की गल शुरू कर दी, दूसरे पासे गया पहले की गल शुरू कर दी। वो नारद मुनि है, उसका सुभाव है लड़ाई झगड़ा कराउना। किसी के घर जाएगा ऐसी गल कोई कर देगा, चंगा भला परिवार उसकी भरोसा करके आपस में लड़ पैणगे, आंढ गुआंढ आपस में लड़ पैणगे। फिर मैं सुनिया सी तुहाडे बारे में तुसीं आह गल कीती है, दूसरा कहेगा तुसीं आह गल कीती है, मैनू किसी ने दस्या है। इस तरह नारद मन चंचल हुंदा है, ਉਹਦੇ विचार ही नहीं रुकते, किवें ना किवें चुगली वो करता है। जे तुसीं किसी मनमुख कोल बैठ जाओ, वो चुगली की आदत छड्ड ही नहीं सकता।
ਬਹੁਤਾ ਚਿਰ ਉਹ ਚੁੱਪ ਰਹਿ ਹੀ ਨਹੀਂ ਸਕਦਾ। ਉਸਨੇ ਕਿਤੇ ਨਾ ਕਿਤੇ ਜਾਂਦਿਆਂ ਜਾਂਦਿਆਂ ਕੋਈ ਗੱਲ ਕਰ ਹੀ ਜਾਣੀ ਹੈ, ਵਿਚਾਰ ਬਣਾ ਦੇਣਾ ਹੈ ਤੁਹਾਡਾ। ਤੁਸੀਂ ਸੋਚਦੇ ਰਹੋਗੇ, ਅਗਲੇ ਨੇ ਆਪਦਾ ਕੰਮ ਕਰ ਜਾਣਾ ਹੈ। ਇਸ ਤਰ੍ਹਾਂ ਕਾਲ ਇਹਨਾਂ ਦੂਤਾਂ ਨੂੰ ਮਨਾਂ ਦੇ ਨਾਲ ਜੋੜ ਕੇ ਇਹ ਖੇਲ ਚਲਾਉਂਦਾ ਹੈ। ਕਿਸੇ ਨੂੰ ਨਿੰਦਿਆ 'ਤੇ ਲਾ ਦਿੰਦਾ ਹੈ, ਉਹ ਨਿੰਦਿਆ ਸ਼ੁਰੂ ਕਰ ਦਿੰਦਾ ਹੈ। ਕਿਸੇ ਨੂੰ ਚੁਗਲੀ 'ਤੇ ਲਾ ਦਿੰਦਾ ਹੈ, ਉਹ ਚੁਗਲੀ ਸ਼ੁਰੂ ਕਰ ਦਿੰਦਾ ਹੈ। ਹੁਣ ਇਸ ਗੱਲ ਦਾ ਅਹਿਸਾਸ ਨਹੀਂ ਵੀ ਨਿੰਦਕ ਦਾ ਕੋਈ ਦਾਰੂ ਵੀ ਨਹੀਂ, ਕੋਈ ਇਲਾਜ ਵੀ ਨਹੀਂ। ਨਿੰਦਕ ਪਾਪੀ ਹੈ, ਉਹ ਪਾਪ ਇਕੱਠੇ ਕਰ ਰਿਹਾ ਹੈ। ਇਸ ਕਰਕੇ ਨਿੰਦਕ ਦਾ ਆਪਣਾ ਭਾਰ ਵੀ ਹੁੰਦਾ ਹੈ ਵਿਚਾਰਾਂ ਦਾ, ਅਤੇ ਉਹ ਦੂਸਰੇ ਦਾ ਵੀ ਇਕੱਠਾ ਕੀਤੀ ਜਾਂਦਾ ਹੈ। ਉਹ ਇਸ ਗੱਲ ਤੋਂ ਬਿਲਕੁਲ ਹੀ ਅਣਜਾਣ ਹੈ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨ ਨਿੰਦਕਾਂ, ਨਰਕੇ ਘੋਰ ਭਵਨ। ਉਹ ਨਰਕਾਂ ਵਿੱਚ ਜਾਂਦਾ ਹੈ। ਇਸੇ ਕਰਕੇ ਮਹਾਰਾਜ ਨੇ ਨਿੰਦਾ ਵਿਵਰਜਿਤ ਕੀਤੀ ਹੈ ਵੀ ਤੁਸੀਂ ਕਿਸੇ ਨੂੰ ਨਹੀਂ ਨਿੰਦਣਾ। ਜੇ ਕੋਈ ਔਗੁਣ ਦੇਖ ਵੀ ਲਿਆ ਹੈ ਕਿਸੇ ਦਾ, ਤੁਸੀਂ ਦੇਖ ਕੇ ਅਣਡਿੱਠ ਕਰਨ ਦਾ ਸੁਭਾਅ ਬਣਾਉਣਾ ਹੈ। ਗੁਣਾਂ ਦਾ ਗਾਹਕ ਬਣਨਾ ਹੈ, ਔਗੁਣ ਇਕੱਠੇ ਨਹੀਂ ਕਰਨੇ। ਗੁਣਾਂ ਦੀ ਸਾਂਝ ਪਾਉਣੀ ਹੈ। ਸਾਂਝ ਕਰੀ ਜੈ ਗੁਣ ਹੈ ਕੇਰੀ, ਛੋੜ ਅਵਗੁਣ ਚੱਲੀਏ। ਹੁਣ ਅਸੀਂ ਇਹ ਗੁਣਾਂ ਨੂੰ ਗ੍ਰਹਿਣ ਕਰਨਾ ਸਿੱਖਣਾ ਹੁੰਦਾ ਹੈ, ਦੇਖ ਕੇ ਅਣਡਿੱਠ ਕਰਨਾ ਸਿੱਖਣਾ ਹੁੰਦਾ ਹੈ। ਨਿੰਦਾ ਤਿਆਗ ਦੇਣੀ ਹੁੰਦੀ ਹੈ। ਨਿੰਦਕ ਦੇ ਕੋਲ ਬੈਠਣਾ ਵੀ ਨਹੀਂ ਹੁੰਦਾ, ਕਿਉਂਕਿ ਉਸਨੇ ਆਪ ਤਾਂ ਗੰਦ ਇਕੱਠਾ ਕਰਨਾ ਹੀ ਹੈ। ਜੇ ਤੁਹਾਡੇ ਕੰਨਾਂ ਵਿੱਚ ਗੱਲ ਜਾਏਗੀ ਨਿੰਦਕ ਦੀ, ਤੁਹਾਡੇ 'ਤੇ ਵੀ ਅਸਰ ਕਰੇਗੀ, ਤੁਹਾਡੇ ਅੰਦਰ ਵੀ ਵਿਚਾਰ ਬਣਨਗੇ। ਇਸ ਕਰਕੇ ਨਿੰਦਕ ਦਾ ਇੱਥੇ ਸੰਸਾਰ ਵਿੱਚ ਕੋਈ ਇਲਾਜ ਨਹੀਂ, ਉਸ ਤੋਂ ਪਰਹੇਜ਼ ਹੀ ਚੰਗਾ ਹੈ। ਇਹ ਮਹਾਰਾਜ ਨੇ ਆਪਾਂ ਨੂੰ, ਗੁਰਮੁਖਾਂ ਨੂੰ, ਸੰਗਤ ਵਿੱਚ ਆਇਆ ਹੋਇਆਂ ਨੂੰ ਦੱਸਿਆ ਹੈ ਵੀ ਕਿਸੇ ਦੀ ਵੀ ਤੁਸੀਂ ਇਹ ਵਿਚਾਰ ਨਿੰਦਾ ਦੀ ਨਹੀਂ ਕਰਨੀ ਅਤੇ ਨਾ ਹੀ ਸੁਣਨੀ ਹੈ। ਅਤੇ ਸੰਸਾਰ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਨਿੰਦਿਆ ਹੀ ਹੋ ਰਹੀ ਹੈ। ਜੇ ਤੁਸੀਂ ਧਾਰਮਿਕ ਸਥਾਨ 'ਤੇ ਚਲੇ ਜਾਓ, ਉਹ ਦੂਸਰੇ ਨੂੰ ਗਲਤ ਕਰਨ ਵਾਸਤੇ ਜ਼ੋਰ ਲਾਉਂਦੇ ਨੇ। ਜੇ ਤੁਸੀਂ ਕਿਸੇ ਰਾਜਸੀ ਕੋਲ ਚਲੇ ਜਾਓ, ਰਾਜਨੀਤੀ ਕੋਲ, ਉਹਨਾਂ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ। ਰਿਸ਼ਤੇਦਾਰੀ ਵਿੱਚ ਚਲੇ ਜਾਓ, ਉੱਥੇ ਵੀ ਇਹੀ ਗੱਲਾਂ ਚੱਲਦੀਆਂ ਨੇ। ਇਹ ਆਪਣਾ ਜੋ ਰਸਤਾ ਹੈ ਇਹ ਬਿਲਕੁਲ ਹੀ ਆਪਾਂ ਭੁੱਲ ਚੁੱਕੇ ਹਾਂ, ਜਿਸ ਕਰਕੇ ਧਿਆਨ ਹੀ ਹੋਰ ਗੱਲਾਂ ਵਿੱਚ ਲੱਗਿਆ ਹੋਇਆ ਹੈ। ਅਤੇ ਹੁਣ ਰਾਜੇ ਨੂੰ ਇਹਨਾਂ ਨੇ ਜਦੋਂ ਇਸ ਤਰ੍ਹਾਂ ਕੀਤਾ, ਨਸ਼ਾ ਪਿਆਇਆ, ਨਸ਼ਾ ਪੀ ਕੇ ਇਸ ਦੀ ਸੁੱਧ ਬੁੱਧ ਮਾਰੀ ਜਾਣ ਲੱਗੀ। ਜਿਵੇਂ ਜਿਵੇਂ ਸੁੱਧ ਬੁੱਧ ਮਾਰੀ ਜਾਣ ਲੱਗੀ, ਕਾਲ ਦੇ ਦੂਤਾਂ ਨੇ ਕਿਹਾ ਆਪਦੇ ਸਰਦਾਰ ਨੂੰ ਵੀ ਤੁਸੀਂ ਜਿਸ ਤਰ੍ਹਾਂ ਆਖਿਆ ਸੀ ਮੈਂ ਕਰਨਾ ਸ਼ੁਰੂ ਕਰ ਦਿੱਤਾ ਹੈ, ਮੈਂ ਨਸ਼ਾ ਦੇਣ ਲੱਗਾ ਹਾਂ, ਉਹ ਭੁੱਲ ਗਿਆ ਹੈ। ਕਾਲ ਕਹਿਣ ਲੱਗਾ ਵੀ ਤੁਸੀਂ ਥੋੜ੍ਹਾ ਜਿਹਾ ਚੈੱਕ ਵੀ ਕਰੋ ਵੀ ਕਿਤੇ ਇਹ ਪਰਮਾਤਮਾ ਨੂੰ ਯਾਦ ਤਾਂ ਨਹੀਂ ਕਰਦੇ। ਕਾਲ ਨੇ ਚੈੱਕ ਕਰਨ ਵਾਸਤੇ ਆਪਦੇ ਦੂਤਾਂ ਨੂੰ ਹੁਕਮ ਦਿੱਤਾ ਵੀ ਕੀ ਉਹ ਤੁਹਾਡੇ ਵੱਸ ਵਿੱਚ ਆ ਗਿਆ ਹੈ, ਜਿਵੇਂ ਤੁਸੀਂ ਆਖੋਗੇ ਉਵੇਂ ਕਰੇਗਾ। ਉਹ ਕਹਿੰਦੇ ਨੇ ਵੀ ਕਰੇਗਾ, ਅਸੀਂ ਚੈੱਕ ਕਰਨ ਚੱਲੇ ਹਾਂ। ਉਹਨੇ ਚੈੱਕ ਕੀਤਾ। ਉਹ 5 ਜਣੇ ਇੱਥੇ ਆਏ ਬੰਦੀਖਾਨੇ ਦੇ ਵਿੱਚ, ਮਨ ਨੂੰ ਆ ਕੇ ਪੁੱਛਣ ਲੱਗੇ ਵੀ ਜੇ ਅਸੀਂ ਤੈਨੂੰ ਇੱਥੋਂ ਆਜ਼ਾਦ ਕਰ ਦਈਏ ਤੂੰ ਕਿੱਥੇ ਜਾਏਗਾ। ਇਹ ਸੋਚ ਵਿੱਚ ਪੈ ਗਿਆ, ਕਿਉਂਕਿ ਇਸਨੇ ਕਦੇ ਵਿਚਾਰਿਆ ਨਹੀਂ ਵੀ ਅੱਗੇ ਕਿੱਥੇ ਜਾਣਾ ਹੈ, ਕਦੀ ਸੋਚਿਆ ਨਹੀਂ। ਕਦੀ ਵਿਚਾਰ ਰੁਕੇ ਹੋਣ ਤੇ ਸੋਚੇ, ਵਿਚਾਰ ਕਦੀ ਰੁਕੇ ਨਹੀਂ। ਇਸ ਦੇ ਅੰਦਰ ਉਹ ਬੁੱਧ ਪੈਦਾ ਹੀ ਨਹੀਂ ਹੋਈ ਵੀ ਵਿਚਾਰਿਆ ਜਾਏ ਜਿਵੇਂ ਸਰੀਰ ਛੱਡਣਾ ਹੈ ਤੇ ਜਾਣਾ ਕਿੱਥੇ ਹੈ। ਇਸ ਨੂੰ ਪੁੱਛਿਆ ਵੀ ਤੂੰ ਕੌਣ ਹੈ, ਕਿੱਥੋਂ ਆਇਆ ਹੈ, ਜਾਣਾ ਕਿੱਥੇ ਹੈ, ਤੇਰਾ ਮਾਤਾ ਪਿਤਾ ਕੌਣ ਹੈ, ਤੇਰਾ ਘਰ ਕਿੱਥੇ ਹੈ। ਇਸ ਨੂੰ ਸਾਰਾ ਕੁਝ ਭੁੱਲ ਗਿਆ, ਕੁਝ ਵੀ ਨਾ ਯਾਦ ਰਿਹਾ। ਅਤੇ ਇਸ ਦੀ ਅਵਸਥਾ ਜਦੋਂ ਸਾਰਾ ਕੁਝ ਹੀ ਵਿਸਰ ਗਿਆ, ਅਤੇ ਇਸ ਦੀ ਹਾਲਤ ਦੇਖ ਕੇ
ਇਹਨਾਂ ਦੱਸਿਆ ਜਾ ਕੇ ਆਪਣੇ ਸਰਦਾਰ ਨੂੰ ਵੀ ਜਿਵੇਂ ਤੁਸੀਂ ਆਖਿਆ ਸੀ, ਅਸੀਂ ਜਾ ਕੇ ਉਹਨਾਂ ਨੂੰ ਪੁੱਛਿਆ ਹੈ, ਉਹ ਸਾਰਾ ਕੁਝ ਹੀ ਭੁੱਲ ਗਏ ਨੇ। ਕਾਲ ਕਹਿਣ ਲੱਗਾ ਵੀ ਤੁਸੀਂ ਹੁਣ ਜਾਓ, ਇਸ ਨੂੰ ਵੰਗਾਰ 'ਤੇ ਲਾ ਲਓ, ਇਹ ਹੁਣ ਸਾਡਾ ਹੀ ਕੰਮ ਕਰੇਗਾ, ਇਹ ਘਰ ਦਾ ਕੰਮ ਨਹੀਂ ਕਰੇਗਾ, ਇਹ ਸਾਡਾ ਹੀ ਕੰਮ ਕਰੇਗਾ। ਉਹਨਾਂ ਨੇ ਇਸ ਮਨ ਨੂੰ ਵੰਗਾਰ 'ਤੇ ਲਾ ਲਿਆ। ਅਸੀਂ ਵੰਗਾਰੇ ਬਣ ਗਏ ਮਾਇਆ ਦੇ। ਸਵੇਰ ਤੋਂ ਹੀ ਸਾਡੇ ਸਿਰ 'ਤੇ ਜ਼ਿੰਮੇਵਾਰੀ ਪੈ ਜਾਂਦੀ, ਅੱਜ ਆਹ ਕੁਝ ਕਰਨਾ ਹੈ। ਅਸੀਂ ਪਰਿਵਾਰ ਵਿੱਚ ਆਉਂਦੇ ਲੜਨਾ ਸ਼ੁਰੂ ਕਰ ਦਿੰਦੇ ਵੀ ਮੈਂ ਕੰਮ ਜ਼ਿਆਦਾ ਕਰਦਾ ਹਾਂ, ਤੂੰ ਘੱਟ ਕਰਦਾ ਹੈ। ਅਸੀਂ ਸੰਸਾਰ ਵਿੱਚ ਜਾਂਦੇ, ਉੱਥੇ ਸਿਆਣੇ ਬਣਦੇ ਵੀ ਮੈਂ ਜ਼ਿਆਦਾ ਜਾਣਦਾ ਹਾਂ। ਇਹਨਾਂ ਨੇ ਸਾਨੂੰ ਜ਼ਿੰਮੇਵਾਰੀ ਦੇ ਦਿੱਤੀ ਮਾਇਆ ਦੇ ਵਿਚਾਰਾਂ ਦੀ ਵੀ ਸੋਚੀ ਜਾਣ, ਲੜੀ ਜਾਣ। ਅਸੀਂ ਸੋਚੀ ਜਾਂਦੇ ਹਾਂ, ਲੜੀ ਜਾਂਦੇ ਹਾਂ, ਦੁਖੀ ਹੋ ਜਾਂਦੇ ਹਾਂ, ਅਤੇ ਇਹਨਾਂ ਨੂੰ ਸ਼ਾਬਾਸ਼ ਮਿਲਦੀ ਹੈ ਵੀ ਬਹੁਤ ਅੱਛਾ ਕਰ ਰਹੇ ਹੋ, ਤੁਸੀਂ ਸ਼ਾਬਾਸ਼ ਦੇ ਹੱਕਦਾਰ ਹੋ। ਅਤੇ ਇਹ ਕਿਸ ਤਰ੍ਹਾਂ ਸਾਡੇ ਮਨ ਨਾਲ ਕਰ ਰਹੇ ਨੇ, ਇੱਥੇ ਆਏ ਹੋਏ ਨਾਲ। ਇਹ ਗੁਰਬਾਣੀ ਵਿੱਚ ਮਹਾਰਾਜ ਸਮਝਾਉਂਦੇ ਨੇ, ਸਗਲ ਜਗਤ ਕੇ ਪੰਚ ਸਿਕਦਾਰ, ਰਾਮ ਭਗਤ ਕੇ ਪਾਣੀ ਹਾਰ, ਜਗਤ ਪਾਸ ਤੇ ਲੈਤੇ ਦਾਨ, ਗੋਬਿੰਦ ਭਗਤ ਕੋ ਕਰੇ ਸਲਾਮ। ਗੁਰਮੁਖਾਂ ਨੂੰ ਇਹ ਨੌਕਰ ਬਣ ਕੇ ਮਿਲਦੇ ਨੇ। ਪਤਾ ਹੈ ਵੀ ਰਾਜੇ ਨੇ ਜਾਗੇ ਹੋਏ ਨੇ, ਇਹ ਪਰਮਾਤਮਾ ਦੇ ਚਾਕਰ ਨੇ, ਅਤੇ ਅਸੀਂ ਇਹਨਾਂ ਦੇ ਚਾਕਰ ਬਣਨਾ ਹੈ। ਪੰਜੇ ਦੂਤ ਗੁਰਮੁਖਾਂ ਦਾ ਕਾਰਜ ਇੱਧਰਲਾ ਉਹ ਆਪ ਸੰਭਾਲ ਲੈਂਦੇ ਨੇ, ਜਿਸ ਨੂੰ ਮਹਾਰਾਜ ਕਹਿੰਦੇ ਨੇ, ਗੁਰਮੁਖ ਜੋਤ ਭਲੀ ਸ਼ਿਵ ਨੀਕੀ, ਆਨ ਪਾਣੀ ਸ਼ਕਤ ਭਰੀਜੈ। ਸ਼ਕਤੀ ਨੇ, ਮਾਇਆ ਨੇ ਦਾਸੀ ਬਣ ਕੇ ਉਹਨਾਂ ਦੇ ਕਾਰਜ ਸੰਭਾਲਣੇ ਹੁੰਦੇ ਨੇ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਹੁਣ ਮਨਮੁਖ ਨੂੰ ਇਹਨਾਂ ਨੇ ਦੂਸਰੇ ਪਾਸੇ ਲਾ ਲਿਆ। ਇਸ ਬੰਦੀਖਾਨੇ ਦੇ ਵਿੱਚ ਨਾਲੇ ਤਾਂ ਪੈਰਾਂ ਦੇ ਵਿੱਚ ਲੋਭ ਦੀਆਂ ਬੇੜੀਆਂ ਪਾ ਦਿੱਤੀਆਂ ਗਈਆਂ ਵੀ ਭੱਜ ਨਾ ਸਕਣ, ਓਨੀ ਕੁ ਦੂਰ ਹੀ ਜਾਣ ਜਿੰਨਾ ਕੁ ਸਾਡਾ ਏਰੀਆ ਹੈ। ਗਲ ਦੇ ਵਿੱਚ ਮੋਹ ਦੀ ਫਾਹੀ ਪਾ ਦਿੱਤੀ ਗਈ ਵੀ ਇਹ ਨਿਕਲ ਨਾ ਸਕਣ, ਅਤੇ ਸਾਨੂੰ ਇੱਥੇ ਵੰਗਾਰਾ ਬਣਾ ਕੇ ਕਿਸੇ ਨੂੰ ਖੇਤੀ 'ਤੇ ਲਾ ਲਿਆ, ਕਿਸੇ ਨੂੰ ਨੌਕਰੀ 'ਤੇ ਬਿਠਾ ਦਿੱਤਾ, ਕਿਸੇ ਨੂੰ ਦੁਕਾਨ 'ਤੇ ਬਿਠਾ ਕੇ ਕੰਮ ਕਰਾਉਣ ਲੱਗੇ, ਕਿਸੇ ਨੂੰ ਦਿਹਾੜੀ ਕਰਾਉਣ ਲੱਗੇ, ਅਤੇ ਮਨ ਸਮਝਣ ਲੱਗਾ ਵੀ ਮੈਂ ਆਪ ਦਾ ਕੰਮ ਕਰਦਾ ਹਾਂ। ਇਸ ਨੂੰ ਨਸ਼ੇ ਦੇ ਵਿੱਚ ਪਤਾ ਹੀ ਨਾ ਰਿਹਾ। ਕੰਮ ਆਪ ਦਾ ਕਰਾ ਰਹੇ ਸੀ ਉਹ ਪੰਜੇ ਜਣੇ, ਪਰ ਇਸ ਨੂੰ ਭੁਲੇਖਾ ਪੈ ਗਿਆ ਵੀ ਜਿਹੜਾ ਮੈਂ ਇਹ ਕੰਮ ਨੌਕਰੀ ਦਾ, ਖੇਤੀ ਦਾ, ਦਿਹਾੜੀ ਦਾ ਕਰਦਾ ਹਾਂ, ਕਮਾਈ ਕਰਦਾ ਹਾਂ, ਇਹ ਮੇਰੀ ਹੈ। ਅਗਿਆਨਤਾ ਵਿੱਚ ਇਸ ਨੂੰ ਲੈ ਗਏ, ਇਸ ਨੂੰ ਭੁਲਾ ਦਿੱਤਾ, ਅਤੇ ਐਸੀ ਅਵਸਥਾ ਵਿੱਚ ਇਹ ਚੱਲ ਗਿਆ। ਨਿਤ ਦਿਨ ਸਰਾਤ ਲਾਲਚ ਕਰੇ, ਭਰਮੇ ਭਰਮਾਇਆ, ਵੇਗਾਰ ਫਿਰੇ ਵਗਾਰੀਆ, ਭਾਰ ਸਿਰ ਭਾਰ ਉਠਾਇਆ। ਇਹ ਭਾਰ ਚੁੱਕ ਕੇ ਤੁਰਨ ਲੱਗਾ। ਇਸ ਨੂੰ ਵਿਚਾਰ ਵੱਧ ਗਏ, ਇਸ ਦੇ ਅੰਦਰ ਫੁਰਨੇ ਵੱਧ ਗਏ, ਅਤੇ ਵਿਚਾਰਾਂ ਦੇ ਵਿੱਚ ਇਹ ਦੁਖੀ ਹੋ ਕੇ ਇਸ ਮਾਇਆ ਦੇ ਸੰਸਾਰ ਦੇ ਵਿੱਚ ਵਿਚਰਨ ਲੱਗਾ। ਹੌਲੀ ਹੌਲੀ ਜਿਵੇਂ ਜਿਵੇਂ ਇਹ ਨਾਮ ਤੋਂ ਟੁੱਟ ਕੇ ਮਾਇਆਧਾਰੀ ਹੋ ਕੇ ਕਰਮ ਨੂੰ ਦ੍ਰਿੜ ਕਰਦਾ ਕਰਦਾ ਵੰਗਾਰਾ ਬਣ ਕੇ ਇੱਥੇ ਤੁਰਿਆ, ਇਹਨਾਂ ਪੰਜਾਂ ਦਾ ਸਾਥੀ ਬਣ ਕੇ। ਹੁਣ ਉਹਨਾਂ ਨੇ ਇਸ ਨੂੰ ਬਦਲੇ ਵਿੱਚ 2 ਟਾਈਮ ਦਾ ਰੋਟੀ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਵੀ ਤੂੰ ਸਾਡੇ ਵਾਸਤੇ ਕੰਮ ਕਰਦਾ ਹੈ, ਤੁਸੀਂ ਸਾਡੇ ਨੌਕਰ ਹੋ, ਚਾਕਰ ਹੋ, ਸਾਡੇ ਵਾਸਤੇ ਮਾਇਆ ਕਮਾ ਰਹੇ ਹੋ। ਉਹਨਾਂ ਨੇ ਕੱਪੜਾ ਦੇਣਾ ਸ਼ੁਰੂ ਕਰ ਦਿੱਤਾ, ਭੋਜਨ ਦੇਣ ਲੱਗੇ, ਰਹਿਣ ਵਾਸਤੇ ਥੋੜ੍ਹਾ ਜਿਹਾ ਘਰ ਬਣਾ ਦਿੱਤਾ। ਇਹ ਦੇਖ ਦੇਖ ਕੇ ਫੁੱਲਿਆ ਨਹੀਂ ਸਮਾਉਂਦਾ ਵੀ ਮੇਰਾ ਘਰ ਬਣਾਇਆ ਹੈ, ਮੈਂ ਬੜੀ ਮਿਹਨਤ ਕੀਤੀ ਹੈ।
मैं कपड़े ले लेने, कपड़े पाए हुए ने, मैनू प्रशादा बड़ा चंगा मिलता है। इसनू ये नहीं पता भी एक कैद विच है। कैद कैद ही है, भावें जो मर्जी उत्थे मिलता रहे। जो सुख सानू साडे माता पिता के घर जाके मिलना सी, अपने निज घर विच मिलना सी, वो असीं नहीं प्राप्त किया। असीं कैदी दे रूप विच इन्हां पंजां दे वंगारे बन के लगे रहे। इन्हां ने सानू आप दे कारजां ते ला के इत्थों तक सीमित कर लिया कि खाना पीना हसना सौना विसर गया है मरना। खसम विसार खुआरी कीनी त्रिग जीवन नहीं रहना। असीं परमात्मा नूं भुल गए। परमात्मा नूं भुलण करके साडी लिव शब्द नालों टुट गई। ते हुण इस बंदी खाने दे विच जिवें जिवें कैद असीं रहन लगे, असीं घर जाना ना उचित समझिया भी घर भी जाना चाहिए है। साडे दोस्त भी इहो ਜਿਹੇ बन गए, क्योंकि कैद विच कैदी ही हुंदे ने। इस अवस्था विच असीं इत्थे विचरण लगे। हुण इत्थे ना सानू साडी इत्थों निज महल विचों साडी खुराक इन्हां ने आउण दित्ती, सानू खुराक भी नहीं मिली। कमज़ोर होण लगा मन कमज़ोर हुंदा गया। इत्थों दे ये पंजे ये तगड़े हुंदे गए। हौली हौली असीं इन्हां दे वस पै गए। ये सानू कुट्टण लगे, मारन लगे, तशद्दद कर लगे। तो आम फिर असीं उस शब्द वरतते हाँ भी मेरा मन बड़ा दुखी है। क्यों दुखी है? क्योंकि कुट पै रही है। ये पंजे कुट रहे ने। माड़े नूं देख के हरेक ही हथ पा लैंदा है। तकड़ा होएगा तो डरनगे। हुण इसने कोई उस्ताद नहीं धारण किया, कोई गुरु नहीं धारण किया। उन्हां पंजां ने इसनूं कुटना शुरू किया। कुटते गए, नाल नाल सवासां दा धन लुटते गए। इसकी बेइज्जती होंदी रही। ये किहो जी अवस्था है जिथे हुण अपना मन आ गया, दुखां दे घर दे विच रह रहा है। ये दुखां दा घर, यह बंदी खाना किस तरह का है, ये हुण महाराज आपां नूं दसदे ने। दुख दरवाजा रो रखवाला, आश अंदेशा दोए पट जड़े। माया जल खाई पानी कर बांधिया, सत के आसन पुरख रहे। परमात्मा देखण लगा भी बच्चा गुलाम बन गया है। बच्चा तो राजा सी, बच्चे ने दूसरे की नौकरी शुरू कर दी, दूसरे की चाकरी कर लगा। इस तरह उन्होंने देखा भी इसकी हालत बड़ी तरसयोग हो गई। हुण ना खुराक मिलने करके दिन ब दिन विचारां विच कमज़ोर होने लगा। विचार वधदे गए, विचार मजबूत होंदे गए। पंचदूत चित वह विकारा, मोह माया का यह पसारा। उन्होंने जाल ज़्यादा विछाना शुरू कर दिता। मन नूं खुराक ना मिली, मन कमज़ोर हो गया। ज्यों ज्यों मन कमज़ोर हुंदा गया, इस नूं की अवस्था बन गई, इस दे अंदर रोग पैदा होने लगे। जिवें जिवें रोग पैदा होए, इस नूं अखां तो दिसना बंद होंदा गया, कन्नां तो सुनना बंद होंदा गया। शरीर दे विच कुष्ठ चलण पिया, कोढ़ चल पिया। ते हुण चलन फिरन तो भी ये असमर्थ हो गया। इसनूं आज़ाद नहीं होण देंदे। सारा दिन वंगार कराउंदे ने, इत्थे नौकरी कराउंदे ने, चाकरी कराउंदे ने। रात नूं इसनूं इस बंदी खाने विचों कढ़ दिंदे ने भी आपदे घर जाओ। ऐसी इसकी दशा हो गई। क्यों होई? क्योंकि ये नाम नूं भुलिया होया है। इस शब्द तो इसकी लिव टुट चुकी है, नाम नूं छड्ड चुक्या है।
ਇਸੇ ਕਰਕੇ ਇਸ ਨੂੰ ਇਹ ਦਸ਼ਾ ਦੇਖਣੀ ਪਈ। ਤੇ ਮਹਾਰਾਜ ਜੀ ਸਮਝਾਉਂਦੇ ਨੇ, ਬਿਨ ਨਾਵੇ ਮਨ ਤਨ ਹੈ ਕੁਸ਼ਟੀ, ਵਿੱਚ ਨਰਕੇ ਵਾਸਾ ਪਾਇੰਦਾ। ਉਹਨਾਂ ਨੇ ਇਸ ਨੂੰ ਨਰਕਾਂ ਵਿੱਚ ਲੈ ਕੇ ਜਾਣਾ ਹੈ, ਐਸੀ ਦਸ਼ਾ ਇਸ ਦੀ ਕਰ ਦੇਣੀ ਹੈ। ਇਹੋ ਜਿਹੇ ਇਸ ਤੋਂ ਇੱਥੇ ਕਰਮ ਕਰਾਉਣੇ ਨੇ ਵੀ ਹੌਲੀ ਹੌਲੀ ਇਹ ਨਰਕਾਂ ਵੱਲ ਵੱਧਦਾ ਤੁਰਿਆ ਜਾਏ। ਇਸ ਤਰ੍ਹਾਂ ਇਹ ਕਲਯੁਗ ਦੇ ਵਿੱਚ ਇਸ ਬੰਦੀਖਾਨੇ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਜੀਵ ਕੈਦ ਕਰ ਲਏ। ਤੇ ਮਹਾਰਾਜ ਕਹਿਣ ਲੱਗੇ ਵੀ ਇਹਨਾਂ ਦੀ ਹਾਲਤ ਕੀ ਹੋਊਗੀ। ਇਹ ਕਮਲਿਆਂ ਦੀ ਨਿਆਈ ਹੁਣ ਵਿਚਰਦੇ ਨੇ, ਖਾਣਾ ਪੀਣਾ ਸਾਰਾ ਭੁੱਲ ਚੁੱਕਿਆ ਹੈ, ਪਹਿਨਣਾ ਵੀ ਨਹੀਂ ਪਤਾ ਵੀ ਪਹਿਨਣਾ ਕੀ ਹੈ। ਕਿਉਂਕਿ ਜੋ ਸਾਡੇ ਮਨ ਦਾ ਪਹਿਨਣਾ ਹੈ ਉਹ ਨਾਮ ਦਾ ਕੱਪੜਾ ਹੈ, ਜਿਸ ਨੂੰ ਅਸੀਂ ਪ੍ਰਾਪਤ ਕਰਨਾ ਸੀ ਗੁਰੂ ਕੋਲੋਂ। ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੋ, ਹੋਰ ਪਹਿਨਣ ਕੀ ਹਮਰੀ ਸਰਦ ਗਈ। ਹੁਣ ਇਹਨਾਂ ਨੇ ਕੱਪੜਾ ਵੀ ਨਹੀਂ ਆਉਣ ਦਿੱਤਾ। ਨਗਨ ਆਏ ਸੀ, ਨਗਨ ਹੀ ਪਕੜੇ ਹੋਏ ਬੱਝੇ ਹੋਏ ਨੌਕਰੀ ਕਰ ਰਹੇ ਨੇ, ਜਾਣੂਗੇ ਵੀ ਨਗਨ ਹੀ। ਨਾਂਗੇ ਆਵਣ ਨਾਂਗੇ ਜਾਣਾ, ਹਰ ਹੁਕਮ ਪਾਇਆ ਕਿਆ ਕੀਜੈ। ਹੁਕਮ ਵਿੱਚ ਆਏ ਸੀ, ਹੁਕਮ ਵਿੱਚ ਇਸੇ ਤਰ੍ਹਾਂ ਚਲੇ ਜਾਣਗੇ। ਜੇ ਹੁਕਮ ਨੂੰ ਬੁੱਝ ਲੈਂਦੇ ਤੇ ਨਾਮ ਦੀ ਪ੍ਰਾਪਤੀ ਹੋ ਜਾਣੀ ਸੀ, ਇਸ ਬੰਦੀਖਾਨੇ ਦੇ ਵਿੱਚੋਂ ਆਜ਼ਾਦ ਹੋ ਜਾਣਾ ਸੀ। ਹੁਕਮ ਦਾ ਪਤਾ ਨਾ ਲੱਗਾ। ਹੁਣ ਇਹ ਹਾਲਤ ਇਹਨਾਂ ਦੀ ਹੋ ਗਈ। ਨੰਗੇਜ ਵੀ ਹੈ, ਕਮਜ਼ੋਰ ਵੀ ਨੇ, ਦੁਖੀ ਵੀ ਨੇ, ਕੁੱਟ ਵੀ ਪੈ ਰਹੀ ਹੈ, ਕੈਦ ਵੀ ਕੀਤੇ ਹੋਏ ਨੇ, ਤੇ ਹਰ ਇੱਕ ਮਨ ਇੱਥੇ ਆਇਆ ਹੋਇਆ ਦੁੱਖਾਂ ਦੇ ਘਰ ਵਿੱਚ ਰਹਿ ਰਿਹਾ ਹੈ। ਇਹ ਹਾਲਤ ਇੱਥੇ ਹੁਣ ਮਨਾਂ ਦੀ ਚੱਲਦੀ ਪਈ ਹੈ, ਇਸ ਰਾਜੇ ਮਨ ਦੀ। ਤੇ ਜਦੋਂ ਇਹ ਇੱਕ ਦੂਸਰੇ ਕੋਲ ਬੈਠਦੇ ਨੇ, ਆਪ ਦਾ ਦੁੱਖ ਸ਼ੁਰੂ ਕਰ ਲੈਂਦੇ ਨੇ। ਜਦੋਂ ਹੀ ਗੱਲ ਕਰੋਗੇ ਕਿਸੇ ਕੋਲ, 2-4 ਮਿੰਟ ਹੀ ਆਖੇਗਾ ਵੀ ਬੜੀ ਕਿਰਪਾ ਹੈ, ਬੜਾ ਆਨੰਦ ਹੈ। ਤੁਸੀਂ ਥੋੜ੍ਹਾ ਜਿਹਾ ਚੁੱਪ ਕਰੋਗੇ, 5-4 ਮਿੰਟ ਬਾਅਦ ਉਹ ਸ਼ੁਰੂ ਹੋ ਜਾਏਗਾ ਵੀ ਮੈਨੂੰ ਆਹ ਵੀ ਦੁੱਖ ਹੈ, ਮੈਨੂੰ ਆਹ ਵੀ ਦੁੱਖ ਹੈ। ਆਪਣੇ ਆਪ ਹੀ ਦੁੱਖ ਆਉਣੇ ਸ਼ੁਰੂ ਹੋ ਜਾਣਗੇ ਜੋ ਅੰਦਰ ਚੱਲਦੇ ਪਏ ਨੇ। ਇਸ ਕਰਕੇ ਦੁਖੀ ਨੇ ਸਾਰੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ, ਮਨ ਪਰਦੇਸੀ ਜੇ ਥੀਐ, ਸਭ ਦੇਸ਼ ਪਰਾਇਆ, ਕਿਸ ਪਹਿ ਖੋਲੋਂ ਗੰਠੜੀ, ਦੁਖੀ ਪਰ ਆਇਆ। ਦੁਖੀ ਪਰ ਆਇਆ ਜਗਤ ਸਬਾਇਆ, ਕੌਣ ਜਾਣੇ ਬਿਦ ਮੇਰੀਆ। ਇਹ ਹਾਲਤ ਹੁਣ ਮਨ ਹੀ ਜਾਣਦਾ ਹੈ। ਜਿਸ ਦੇ ਕੋਲ ਗੱਲ ਕਰਦਾ ਹੈ ਵੀ ਸ਼ਾਇਦ ਸੁਖੀ ਹੋਵੇਗਾ, ਉਹ ਪਹਿਲੋਂ ਹੀ ਦੁਖੀ ਹੈ। ਜਿਸ ਕਰਕੇ ਦੁੱਖਾਂ ਦੀ ਸਾਂਝ ਪਾਉਂਦੇ ਨੇ। ਦੁੱਖ ਵਿਚਾਰ ਨੇ, ਵਿਚਾਰਾਂ ਵਿੱਚ ਦੁੱਖ ਹੈ। ਜਦੋਂ ਇਸ ਤਰ੍ਹਾਂ ਵਿਚਾਰਾਂ ਦੀ ਸਾਂਝ ਪਾਉਂਦੇ ਨੇ, ਆਪਣੇ ਆਪ ਨੂੰ ਹਲਕਾ ਜਿਹਾ ਮਹਿਸੂਸ ਕਰਦੇ ਨੇ ਵੀ ਜਦੋਂ ਮੈਂ ਗੱਲਾਂ ਕਰ ਲੈਂਦਾ ਹਾਂ ਮੇਰਾ ਭਾਰ ਉਤਰ ਜਾਂਦਾ ਹੈ। ਕਰਦੇ ਨਿੰਦਿਆ ਚੁਗਲੀ ਨੇ, ਕਿਉਂਕਿ ਜਿਸ ਦੇ ਨਾਲ ਵਿਚਾਰ ਨਹੀਂ ਮਿਲਦੇ ਦੁਖੀ ਤਾਂ ਨੇ, ਟਕਰਾਅ ਹੋ ਚੁੱਕਾ ਹੈ, ਮਨ ਵਿੱਚ ਦੁਖਦਾ ਹੈ। ਤੇ ਉਹ ਨਿੰਦਿਆ ਚੁਗਲੀ ਕਰਕੇ ਖੁਸ਼ ਹੋ ਕੇ ਕਹਿੰਦੇ ਨੇ ਵੀ ਭਾਰ ਹਲਕਾ ਹੋ ਗਿਆ ਹੈ, ਮਨ ਨੂੰ ਸ਼ਾਂਤੀ ਆ ਗਈ ਹੈ। ਇਹ ਨਹੀਂ ਪਤਾ ਵੀ ਸਗੋਂ ਦੀ ਮੈਲ ਚੜਾ ਲਈ ਹੈ, ਦੂਰੀ ਮੈਲ ਚਲਾ ਕੇ ਆ ਗਏ ਨੇ। ਇਹ ਅਗਿਆਨਤਾ ਵਿੱਚ ਐਸਾ ਖੇਲ ਚੱਲ ਰਿਹਾ ਹੈ। ਤੇ ਹੁਣ ਇਸ ਬੰਦੀਖਾਨੇ ਦੇ ਵਿੱਚ ਗਿਆ ਹੋਇਆ ਮਨ ਨਾਮ ਤੋਂ ਟੁੱਟਣ ਕਰਕੇ ਇਹ ਦੁਖੀ ਨੇ, ਪ੍ਰਦੇਸ਼ ਵਿੱਚ ਇਸੇ ਹਾਲਤ ਵਿੱਚ ਚੱਲਦੇ ਪਏ ਨੇ। ਤੇ ਮਹਾਰਾਜ ਨੇ ਬਚਨ ਕੀਤੇ ਵੀ ਜੇ ਇਹ ਇਸੇ ਤਰ੍ਹਾਂ ਇੱਥੇ ਰਹੇ, ਇਹਨਾਂ ਨੂੰ ਆਉਂਦਿਆਂ ਨਾ ਇਹ ਸਮਝੇ ਇਹਨਾਂ ਨੂੰ ਜੰਮ ਲੈਣ ਆਉਣਗੇ, ਪਰਮਾਤਮਾ ਵੱਲੋਂ ਭੇਜੇ ਜਾਣਗੇ, ਇੱਥੋਂ ਪਕੜਨਗੇ, ਕੁੱਟਦਿਆਂ ਹੋਇਆਂ ਨੂੰ ਅਗਲੇ ਪਾਸੇ ਲੈ ਜਾਣਗੇ। ਜੇ ਇਹਨਾਂ ਨੂੰ ਸ਼ਬਦ ਨਾ ਸੁਣਿਆ ਤੇ ਇਹਨਾਂ ਨੂੰ ਸਮਝਾਉਣੇ ਨੇ। ਮਹਾਰਾਜ ਨੇ ਸਮਝਾਇਆ, ਮਨ ਪਰਦੇਸੀ ਦੇ ਥੀਐ, ਸਭ ਦੇਸ਼ ਪਰਾਇਆ, ਕਿਸ ਪਹਿ ਖੋਲੋਂ ਗੰਠੜੀ, ਦੁਖੀ ਪਰ ਆਇਆ। ਦੁਖੀ ਪਰ ਆਇਆ ਜਗਤ ਸਬਾਇਆ, ਕੌਣ ਜਾਣੇ ਬਿਦ ਮੇਰੀਆ।
ਨਾਮ ਵਿਹੋਣੇ ਓਣੇ ਚੋਣੇ, ਨਹਿ ਗੁਰ ਸ਼ਬਦ ਸੁਣਾਇਆ, ਮਨ ਪਰਦੇਸੀ ਜੇਤੀਏ ਸਭ ਦੇਸ਼ ਪਰਾਇਆ। ਸਾਰਾ ਉਹਨਾਂ ਨੇ ਇੱਕ ਤੱਤ ਕੱਢ ਕੇ ਦੱਸਿਆ ਵੀ ਨਾਮ ਤੋਂ ਬਿਨਾਂ ਇਹ ਦੁਖੀ ਨੇ, ਇਹਨਾਂ ਦਾ ਸੰਪਰਕ ਆਪਣੇ ਘਰ ਨਾਲੋਂ ਟੁੱਟ ਚੁੱਕਿਆ ਹੈ। ਉਸ ਵਾਸਤੇ ਹੁਣ ਅੱਗੇ ਇਸ ਦਾ ਇਲਾਜ ਦੱਸਿਆ ਹੈ ਵੀ ਕਿਵੇਂ ਇਸ ਦਾ ਇਲਾਜ ਹੋ ਸਕਦਾ ਹੈ, ਕਿਵੇਂ ਬੰਦੀਖਾਨੇ ਵਿੱਚੋਂ ਇਹ ਮੁਕਤ ਹੋ ਸਕਦਾ ਹੈ। ਇਸ ਨੂੰ ਗੁਰੂ ਧਾਰਨ ਕਰਨਾ ਪਏਗਾ। ਉਹ ਕਹਾਣੀ ਆਪਾਂ ਚਲੋ ਨਾਲ ਨਾਲ ਸਮੇਂ ਦੇ ਮੁਤਾਬਕ ਲੈ ਕੇ ਚੱਲਦੇ ਹਾਂ। ਆਓ ਥੋੜ੍ਹਾ ਜਿਹਾ ਸਿਮਰਨ ਕਰਕੇ ਇਸ ਬੰਦੀਖਾਨੇ ਦੇ ਵਿੱਚੋਂ ਆਜ਼ਾਦ ਹੋਣ ਵਾਸਤੇ ਗੁਰੂ ਦੀ ਮੱਤ ਲੈ ਕੇ ਅਭਿਆਸ ਦੇ ਨਾਲ ਆਪਾਂ ਜੁੜਦੇ ਹਾਂ। ਜਿਵੇਂ ਜਿਵੇਂ ਸਿਮਰਨ ਕਰਾਂਗੇ ਮਾਲਕ ਸਾਡੀ ਆਵਾਜ਼ ਨੂੰ ਸੁਣੇਗਾ, ਫਿਰ ਗੁਰੂ ਸਾਨੂੰ ਇੱਥੋਂ ਮੁਕਤ ਕਰਾਏਗਾ। ਆਓ ਪਹਿਲਾਂ ਸਿਮਰਨ ਕਰਕੇ ਆਵਾਜ਼ ਦਈਏ ਵੀ ਉਹ ਸਾਨੂੰ ਇੱਥੋਂ ਬੰਦੀਖਾਨੇ ਦੇ ਵਿੱਚੋਂ ਆਜ਼ਾਦ ਕਰਾ ਲੈਣ, ਸਾਡਾ ਹਿਸਾਬ ਕਿਤਾਬ ਉਹ ਕਲੀਅਰ ਕਰ ਲੈਣ, ਅਸੀਂ ਆਜ਼ਾਦ ਹੋ ਕੇ ਆਪ ਦੇ ਘਰ ਵਾਪਸ ਚਲੇ ਜਾਈਏ। ਆਓ ਸਾਰੇ ਗੁਰਮੁਖ ਵਾਹਿਗੁਰੂ ਗੁਰੂ ਮੰਤਰ ਦੁਆਰਾ ਨੇਤਰ ਬੰਦ ਕਰਕੇ ਸਵਾਸ ਗ੍ਰਾਸ ਸਿਮਰਨ ਕਰਦਿਆਂ ਹੋਇਆਂ ਆਵਾਜ਼ ਦੇਣੀ ਹੈ ਤੇ ਇਸ ਨੂੰ ਸੁਣਨਾ ਹੈ, ਬੋਲਣਾ ਹੈ, ਸੁਣਨਾ ਹੈ। ਆਓ ਕਰੋ ਕਿਰਪਾ ਸਾਰੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਿਮਰਨ ਜਦੋਂ ਕਰਦੇ ਹਾਂ ਹੌਲੀ ਹੌਲੀ ਮਨ ਇਹਨਾਂ ਵਿਕਾਰਾਂ ਤੋਂ ਮੁਕਤ ਹੁੰਦਾ ਹੁੰਦਾ ਸਹਿਜ ਵਿੱਚ ਆਉਂਦਾ ਹੈ। ਸਹਿਜ ਦੇ ਵਿੱਚ ਆ ਕੇ ਇਹ ਬੇਨਤੀ ਕਰਦਾ ਹੈ ਵੀ ਸਾਡੇ 'ਤੇ ਕਿਰਪਾ ਕਰੋ, ਸਾਡਾ ਨੰਗੇਜ ਢਕੋ, ਸਾਨੂੰ ਐਸਾ ਕੱਪੜਾ ਦਿਓ ਵੀ ਅਸੀਂ ਬੇਪਤ ਨਾ ਹੋਈਏ, ਬੇਇੱਜ਼ਤ ਨਾ ਹੋਈਏ। ਜੋ ਸਾਡੇ ਨਾਲ ਦਰਗਾਹ ਦੇ ਵਿੱਚ ਵੀ ਨਾਲ ਜਾਵੇ। ਇਹ ਸਤਿਗੁਰੂ ਕੋਲ ਆਉਂਦਾ ਹੈ, ਬੇਨਤੀਆਂ ਕਰਦਾ ਹੈ, ਕੋੜ ਵੀ ਦੂਰ ਕਰ ਦਿਓ, ਸਾਰਾ ਤੰਦਰੁਸਤ ਨਰੋਆ ਹੋ ਜੇ ਮਨ। ਜਿਸ ਨੂੰ ਮਹਾਰਾਜ ਆਪਾਂ ਨੂੰ ਸਮਝਾਉਂਦੇ ਨੇ, ਮੇਰੇ ਰਾਮ ਹਰ ਜਨ ਅਰੋਗ ਪਏ। ਗੁਰਮੁਖ ਅਰੋਗ ਹੋ ਜਾਂਦੇ ਨੇ ਜਦੋਂ ਉਹ ਆਪ ਦੀ ਮੱਤ ਛੱਡ ਕੇ ਗੁਰੂ ਦੀ ਮੱਤ ਗ੍ਰਹਿਣ ਕਰਕੇ ਸਫ਼ਰ ਨੂੰ ਸ਼ਬਦ ਦੁਆਰਾ ਤੈਅ ਕਰਦੇ ਨੇ। ਬੇਨਤੀ ਕੀਤੀ ਗੁਰਮੁਖਾਂ ਨੇ, ਸਹਿ ਨੰਗੇ ਨੇ ਨੰਗ, ਭੁੱਖੇ ਲੱਖ ਨਾ ਭੁੱਖਿਆ, ਦੁਖੇ ਕੋੜ ਨਾ ਦੁੱਖ, ਨਾਨਕ ਪਿਰੀ ਪਖੇਂਦੜੋ ਸੁਭ ਦ੍ਰਿਸ਼ਟ। ਤੁਹਾਡੀ ਇੱਕ ਦ੍ਰਿਸ਼ਟੀ ਹੀ ਕਰੋੜਾਂ ਪਾਪ ਖੰਡਨ ਕਰ ਦਿੰਦੀ ਹੈ। ਤੁਸੀਂ ਇੱਕ ਵਾਰ ਸਾਡੇ ਵੱਲ ਦੇਖੋ, ਇੱਕ ਵਾਰ ਮਿਹਰ ਦੀ ਨਜ਼ਰ ਨਾਲ ਦੇਖੋਗੇ, ਜੰਮ ਵੀ ਚਲੇ ਜਾਣਗੇ। ਸਾਡਾ ਸਾਰਾ ਜੋ ਮਨ ਦਾ ਇਹ ਹਾਲਾਤ ਨੇ ਇਹ ਠੀਕ ਹੋ ਜਾਣਗੇ।
ਹੁਣ ਇਹ ਜਦੋਂ ਗੁਰਮੁਖਾਂ ਨੇ ਬੇਨਤੀ ਕੀਤੀ ਤੇ ਮਹਾਰਾਜ ਨੇ ਹੌਸਲਾ ਦਿੱਤਾ। ਉਹਨਾਂ ਨੇ ਕਿਹਾ ਵੀ ਇੱਥੇ ਚੱਲਦੇ ਸੀ ਦੋ ਰਸਤੇ, ਹੁਣ ਤੁਸੀਂ ਲਿਵ ਤੇ ਚੱਲੋ। ਇਹ ਹੌਲੀ ਹੌਲੀ ਤੁਹਾਨੂੰ ਦਰ ਤੇ ਲੈ ਜਾਏਗਾ, ਤੁਸੀਂ ਸਹਿਜ ਵਿੱਚ ਆ ਜਾਓਗੇ। ਉੱਥੋਂ ਗੁਰੂ ਦੇ ਦੁਆਰ ਤੇ ਜਾ ਕੇ ਬੇਨਤੀ ਕਰਿਓ, ਉਹ ਤੁਹਾਡੀ ਬੇਨਤੀ ਨੂੰ ਸੁਣੇਗਾ, ਤੁਹਾਡਾ ਭਰਮ ਦਾ ਪਰਦਾ ਵੀ ਪਾਸੇ ਕਰੇਗਾ। ਕਿਉਂਕਿ ਜਦੋਂ ਤੁਸੀਂ ਇੱਧਰ ਆਏ ਤੁਹਾਨੂੰ ਦਿਸਣਾ ਵੀ ਬੰਦ ਹੋ ਗਿਆ, ਤੁਸੀਂ ਅੰਨੇ ਅਤੇ ਬੋਲੇ ਹੋ ਗਏ ਸੀ। ਗੁਰੂ ਕੋਲ ਜਾਓ। ਗੁਰਮੁਖਾਂ ਨੇ ਦੱਸ ਪਾਈ, ਸਤਿਗੁਰੂ ਕੋਲ ਚਲੇ ਗਏ। ਸਤਿਗੁਰੂ ਨੇ ਕਿਹਾ ਵੀ ਹੁਣ ਆਹ ਕੁਝ ਕਰੋ, ਤੁਹਾਡੇ ਇਹ ਬੰਧਨ ਕੱਟੇ ਜਾਣਗੇ, ਇਹ ਭਰਮ ਦਾ ਪਰਦਾ ਵੀ ਪਾਸੇ ਹੋ ਜਾਏਗਾ। ਜਿਸ ਜੋਤ ਦੀ ਤੁਸੀਂ ਗੱਲ ਕਰਦੇ ਹੋ ਨਜ਼ਰ ਨਹੀਂ ਆਉਂਦਾ, ਉਹ ਜੋਤ ਵੀ ਪ੍ਰਗਟ, ਉਹ ਕਹਿਣ ਲੱਗੇ ਵੀ ਹੋ ਜਾਏਗੀ। ਸਤਿਗੁਰੂ ਫਰਮਾਇਆ, ਕਾਰੀ ਇਹ ਕਰਿਓ, ਗੁਰੂ ਦੁਆਰੇ ਹੋਏ ਕੈ ਸਾਹਿਬ ਸੰਭਾਲਿਓ। ਸਾਹਿਬ ਸਦਾ ਹਜ਼ੂਰ ਹੈ, ਭਰਮੇ ਕੇ ਛੌੜ ਕੱਟ ਕੇ ਅੰਤਰ ਜੋਤ ਤਰੇ ਹੋ। ਅੰਦਰ ਜੋਤ ਪ੍ਰਗਟ ਹੋ ਜਾਏਗੀ। ਜਦੋਂ ਅੰਦਰ ਜੋਤ ਪ੍ਰਗਟ ਹੋ ਜਾਏਗੀ, ਉੱਥੇ ਬੈਠ ਕੇ ਨਾਮ ਵਿੱਚ ਧਿਆਨ ਲਾ ਕੇ ਸਿਮਰਨ ਕਰੋ। ਜਿਵੇਂ ਜਿਵੇਂ ਤੁਸੀਂ ਨਾਮ ਦੇ ਵਿੱਚ ਧਿਆਨ ਲਾ ਕੇ ਸਿਮਰਨ ਕਰੋਗੇ, ਸ਼ਬਦ ਦਾ ਜਾਪ ਕਰੋਗੇ, ਤੁਹਾਡੀ ਰਸਨਾ ਦੇ ਉੱਪਰ ਅੰਮ੍ਰਿਤ ਆਉਣਾ ਸ਼ੁਰੂ ਹੋਏਗਾ। ਹਰ ਕਾ ਨਾਮ ਅੰਮ੍ਰਿਤ ਹੈ, ਦਾਰੂ ਇਹ ਲਾਇਓ, ਇਹ ਦਾਰੂ ਲਾਇਓ। ਜਦੋਂ ਇਹ ਦਾਰੂ ਜਿੱਥੇ ਜਿੱਥੇ ਸਰੀਰ ਦੇ ਉੱਪਰ ਰੋਗ ਹੈ ਚੱਲ ਚੁੱਕਿਆ, ਉੱਥੇ ਉੱਥੇ ਇਸ ਨਾਮ ਦੇ ਦਾਰੂ ਨੂੰ ਲਾਉਣਾ ਹੈ। ਸ਼ਬਦ ਦੁਆਰਾ ਉੱਥੋਂ ਤੱਕ ਪੁੱਜਦਾ ਕਰਨਾ ਹੈ। ਜਿਵੇਂ ਜਿਵੇਂ ਸ਼ਬਦ ਵਿੱਚ ਧਿਆਨ ਲਾ ਕੇ ਇਹ ਅੰਮ੍ਰਿਤ ਦੀ ਧਾਰਾ ਚੱਲੇਗੀ, ਜਿੱਥੇ ਜਿੱਥੇ ਅੰਮ੍ਰਿਤ ਜਾਏਗਾ ਤੁਹਾਡਾ ਮਨ ਦਾ ਰੋਗ ਉਹ ਕੱਟਿਆ ਜਾਏਗਾ ਅਤੇ ਮਨ ਤੰਦਰੁਸਤ ਹੋ ਜਾਏਗਾ, ਸੁਖੀ ਹੋ ਜਾਏਗਾ। ਉਸ ਅਵਸਥਾ ਵਿੱਚ ਇਹ ਹੁਣ ਇਸ ਨੂੰ ਸਮਝਾ ਦਿੱਤਾ ਗਿਆ। ਇਸ ਨੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਇਹ ਬੰਧਨ ਕੱਟੇ ਜਾਣ ਲੱਗੇ, ਰਸਤਾ ਬਦਲ ਗਿਆ। ਬੇਨਤੀ ਕਰਨ ਲੱਗਾ ਵੀ ਤੁਸੀਂ ਇਹ ਤਾਂ ਮੈਨੂੰ ਦੱਸ ਦਿੱਤਾ ਹੈ ਵੀ ਕਿਸ ਤਰ੍ਹਾਂ ਸਿਮਰਨ ਕਰਦਿਆਂ ਹੋਇਆਂ ਨਾਮ ਰੂਪੀ ਅੰਮ੍ਰਿਤ ਨੂੰ ਪ੍ਰਾਪਤ ਕਰਨਾ ਹੈ, ਕਿਸ ਤਰ੍ਹਾਂ ਅੰਤਰਗਤ ਇਸ ਦਾ ਇਲਾਜ ਕਰਨਾ ਹੈ, ਕੋੜ ਠੀਕ ਕਰਨਾ ਹੈ। ਹੁਣ ਇੱਕ ਹੋਰ ਹੈ, ਉਹ ਹੈ ਲੋਭ ਦਾ ਬੰਧਨ। ਮੇਰੇ ਮਨ ਦੇ ਪੈਰਾਂ ਵਿੱਚ ਕਾਲ ਨੇ ਬੇੜੀਆਂ ਪਾਈਆਂ ਹੋਈਆਂ ਨੇ। ਉਹ ਬੇੜੀਆਂ ਮੈਨੂੰ ਤੁਰਨ ਨਹੀਂ ਦਿੰਦੀਆਂ। ਜਦੋਂ ਹੀ ਮੈਂ ਤੁਹਾਡੇ ਵੱਲ ਤੁਰਦਾ ਹਾਂ, ਉਹ ਖਿੱਚ ਪਾਉਂਦੀ ਹੈ, ਜਿਸ ਕਰਕੇ ਮੈਨੂੰ ਰੋਕ ਪੈਂਦੀ ਹੈ, ਰੁਕਾਵਟ ਪੈਂਦੀ ਹੈ। ਮਹਾਰਾਜ ਨੇ ਤਰੀਕਾ ਦੱਸਿਆ ਵੀ ਹੁਣ ਤੁਸੀਂ ਉਹ ਬੇੜੀਆਂ ਨੂੰ ਵੀ ਕੱਟ ਦਿਓ। ਦੀਨ ਦਿਆਲ ਪਰਮਾਤਮਾ ਨੂੰ ਕਹਿ ਰਹੇ ਨੇ ਇੱਥੇ, ਉਹ ਵਿਧੀ ਬਣਾਉਣ ਲੱਗੇ ਹੁਣ। ਕਿਉਂਕਿ ਜਦੋਂ ਤਾਂ ਸਖਤ ਚੀਜ਼ ਨੂੰ ਕੱਟਣਾ ਹੋਵੇ ਤੇ ਚੋਟ ਮਾਰਨੀ ਪੈਂਦੀ ਹੈ। ਜਦੋਂ ਕੋਈ ਸੋਲ ਕੋਈ ਐਸੀ ਅਵਸਥਾ ਵਿੱਚ ਹੋਵੇ ਕੋਈ ਚੀਜ਼, ਉੱਥੇ ਥੋੜ੍ਹਾ ਜਿਹਾ ਧਿਆਨ ਨਾਲ ਕੱਟਣਾ ਪੈਂਦਾ ਹੈ। ਹੁਣ ਲੋਭ ਵਾਸਤੇ ਤਾਂ ਉਹਨਾਂ ਨੇ ਕਿਹਾ ਵੀ ਸਾਰੇ ਜੀਵ ਬੈਠ ਕੇ ਸ਼ਬਦ ਦੀ ਚੋਟ ਮਾਰੋ, ਸੰਗਤ ਵਿੱਚ ਆਓ। ਸੰਗਤ ਵਿੱਚ ਆਓਗੇ ਇਹ ਬੇੜੀ ਕੱਟੀ ਜਾਏਗੀ। ਮਹਾਰਾਜ ਨੇ ਕੀ ਇਸ ਨੂੰ ਸਮਝਾਇਆ, ਦੀਨ ਦਿਆਲ ਦੁੱਖ ਭੰਜਨ ਆਪੇ ਸਭ ਬਿਥਾਟੀ, ਖਿਨ ਮਹਿ ਰਾਖ ਲਿਓ ਜਨ ਆਪਣਾ, ਗੁਰ ਪੂਰੇ ਬੇੜੀ ਕਾਟੀ। ਇਸੇ ਤਰ੍ਹਾਂ ਬੇੜੀ ਕੱਟੀ ਗਈ। ਜਦੋਂ ਅਭਿਆਸ ਕੀਤਾ ਜ਼ੋਰ ਨਾਲ, ਕਹਿਣ ਲੱਗਾ ਵੀ ਇੱਕ ਮੋਹ ਦੀ ਫਾਹੀ ਵੀ ਪਾਈ ਹੋਈ ਹੈ, ਉਹ ਸਿਲਕ ਦੀ ਤਰ੍ਹਾਂ ਲੰਬੀ ਹੋ ਜਾਂਦੀ ਹੈ। ਜਿੰਨਾ ਕੁ ਮੈਂ ਦੂਰ ਜਾ ਕੇ ਕੋਸ਼ਿਸ਼ ਕਰਦਾ ਹਾਂ ਉਸ ਨੂੰ ਤੋੜਨ ਦੀ,
उस संगत विच बैठिया भी मोह मन नूं मगरले पासे खिंचदा रहिंदा है। कदी परिवार दा मोह, कदी किसी होर पासे ध्यान। उस सिल्क नूं भी कट दिओ। उत्थे फिर जिस तरह हुण आपां सारे इत्थे बैठे हाँ सतो गुण ते, इत्थे साडे मन नूं भगत कहिंदे ने। जदों आपां सारे एक ही काम ते लगे होए आ, इत्थे सानूं भगतां दी भीड़ कहा गया है। ते सानूं समझाउण लगे भी सारे भगत बैठो ते नाम जपो। भगवत भीर सख्त सिमरन की, कटी काल पै फासी। दास कबीर चढ़ियो गढ़ उपर, राज लियो अविनाशी। हुण तुसीं इस सिल्क नूं भी कट दिओ। इस तरह फिर जिवें जिवें गुरु दसदा जांदा है, असीं इत्थे आप दा उस मुताबक करदे जांदे आ। ये बंधन हौली हौली कट्टे जांदे ने ते असीं गुरु दी शरण विच चले जांदे हां। ते जदों असीं गुरु दी शरण विच चले गए, गुरु नूं आप दा आपा समर्पण कर देना है, उत्थे फिर साडे अंदर वो निज महल, वो आत्म राम, वो जोत वो प्रगट हो जानी है। ते साडे मन दा इस बंदी खाने दे विचों इस नूं गुरु ने मुक्त करा के आप दे घर बिठा देना है। इस तरह जिहड़ा राजा मन सी, जिहड़ा कैद हो चुकिया सी इस बंदी खाने दे विच, उस नूं गुरु सतगुरु ये फिर रल के एक जुगत बनाउंदे ने, विधि बनाउंदे ने, एक रूप रेखा तैयार करदे ने, जिस नूं अपना के फिर मन नूं इथों बंद खलासी कराई जाती है। जदों ये बंदी खाने विचों मुक्त हो जाता है, फिर यह आप दे उस घर दे विच बैठ जाता है जिथे हुण इस दे माता पिता ने इस नूं कहा सी घर आउण बारे, जिथों ये शुरू तो चलिया सी, जिस नूं महाराज समझाउंदे ने अब मन उल्ट सनातन हुआ, तब जानिया जब जीवत मुआ। इस तरह असीं फिर आप दे घर आउणा जाना ये बनाउणा है। इस बंदी खाने नूं इथों निकल के शब्द द्वारा असीं वापस प्रवेश करना सीखना है। ये तरीका है आप दे घर जाण दा, इन्हां नूं बंधनां नूं कट्टण दा। ते जिहड़े गुरमुख ने वो इस तरह हौली हौली संगत करदिआं होइआं मन नूं इस बंदी खाने विचों आज़ाद करा लैंदे ने, ते फिर उस राज दी अविनाशी राज दी चौथे पद दी वो प्राप्ति करदे ने। ये अवस्था आपां नूं गुरबाणी दे विच समझाई गई। सो हुण आपां एक कोशिश करदिआं होइआं इस मन नूं एक दफ़ा इथों मुक्त करा लिया है। एक दफ़ा साडे बंधन संगत विच आउण ते उन्हां ने कट दिते ने। हुण असीं इत्थे आ गए आ जिथे साडे अंदर नाम चलदा है। इत्थों असीं मुक्त हो गए हैं। जे इत्थों उठ के फिर विचारां विच चले गए, फिर काल ने पकड़ लेना है, फिर बंधन पै जाने ने। इस करके संसार विच जदों हुण मन ने अपने ने जाना है, उत्थे समदृष्ट रह के चलना है। एक चित हो के माया दे वल ध्यान नहीं करना। इत्थे कई किस्म दे विचार फुरने चलते ने, वो साडे ध्यान नूं डाइवर्ट करते ने, मन नूं माया नाल जोड़ते ने। सो समदृष्ट रह के अपने मन नूं इस बंदी खाने तो आज़ाद ही रखना है। सो यही अज दा अपना विशा सबजैक्ट है, माया दे घर विचों मुक्त होना ते त्रै गुणा तो अतीत हो के आप दे घर जाना। आओ नाल नाल थोड़ा जिहा हुण अभ्यास सिमरन कर लो। किस तरह आपां समदृष्ट चलना है, त्रै गुणा विच किवें विचरना है। सिमर सिमर हर कारण करना, समदृष्ट हो के त्रै गुणा दे विच भी ते आप दे घर दे नाल भी संपर्क रखना है। आओ इस तरह ही नेत्र बंद करके सिमरन करो शुरू। वाह गुरु